ਸਤਿ ਸ੍ਰੀ ਅਕਾਲ। ਸਾਡੇ ਦੇਸ਼ ਦਾ ਇਤਿਹਾਸ ਉਹਨਾਂ ਬੇਸ਼ੁਮਾਰ ਯੋਧਿਆਂ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਕੌਮ ਦੀ ਅਣਖ ਕਾਇਮ ਰੱਖਣ ਲਈ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ। ਇੱਕ ਉੱਚੇ ਆਦਰਸ਼ ਦੀ ਸ਼ਮਾ 'ਤੇ ਆਪਣੇ ਆਪ ਨੂੰ ਪੰਬਟ ਵਾਂਗ ਜਲਾ ਲੈਣ ਨਾਲ ਮਨੁੱਖ ਨੂੰ ਅਮਰ ਜੀਵਨ ਪ੍ਰਾਪਤ ਹੁੰਦਾ ਹੈ। ਉਹਦਾ ਨਾਂ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਸ਼ਬਦਾਂ ਨਾਲ ਲਿਖਿਆ ਜਾਂਦਾ ਹੈ ਅਤੇ ਨਾ ਕੇਵਲ ਆਉਣ ਵਾਲੀਆਂ ਨਸਲਾਂ ਉਹਨੂੰ ਯਾਦ ਕਰਦੀਆਂ ਹਨ ਬਲਕਿ ਉਹਦਾ ਜੀਵਨ ਸਾਨੂੰ ਵੀ ਇੱਕ ਉੱਚੇ ਆਦਰਸ਼ ਲਈ ਮਰ ਮਿਟਣ ਲਈ ਪ੍ਰੇਰਦਾ ਹੈ। ਅੱਜ ਤੁਹਾਡੇ ਨਾਲ ਮੈਂ ਪੁਰਾਣੇ ਭਾਰਤ ਦੇ ਕੁਝ ਉੱਘੇ ਯੋਧਿਆਂ ਦੇ ਜੀਵਨ ਵਿੱਚੋਂ ਕੁਝ ਝਾਕੀਆਂ ਸੁਣਾਵਾਂਗੀ ਜਿਨ੍ਹਾਂ ਨੂੰ ਪੜ੍ਹ ਕੇ ਸਾਡੇ ਬੱਚਿਆਂ ਨੂੰ ਪਤਾ ਲੱਗ ਸਕਦਾ ਹੈ ਕਿ ਅਣਖ ਹੀ ਸਾਨੂੰ ਜਿਉਂਦਿਆਂ ਰੱਖਦੀ ਹੈ ਅਤੇ ਅਣਖ ਤੋਂ ਬਿਨਾਂ ਮਨੁੱਖ ਜਾਨਵਰਾਂ ਤੋਂ ਵੀ ਘਟੀਆ ਹੁੰਦਾ ਹੈ। ਕੇਵਲ ਆਜ਼ਾਦੀ ਦਾ ਜੀਵਨ ਹੀ ਅਣਖ ਨੂੰ ਕਾਇਮ ਰੱਖਦਾ ਹੈ ਅਤੇ ਗੁਲਾਮੀ ਇਸ ਨੂੰ ਖਤਮ ਕਰ ਦਿੰਦੀ ਹੈ। ਅੱਜ ਮੈਂ ਤੁਹਾਡੇ ਨਾਲ ਸ਼੍ਰੀ ਕ੍ਰਿਸ਼ਨ, ਰਾਜਾ ਪੋਰਸ, ਪ੍ਰਿਥਵੀ ਰਾਜ ਚੌਹਾਨ, ਮਹਾਰਾਣਾ ਪ੍ਰਤਾਪ ਅਤੇ ਤਾਨਾ ਜੀ ਮਾਲਸਰੇ ਬਾਰੇ ਦਿਲਚਸਪ, ਮਨੋਰੰਜਕ ਅਤੇ ਸਿੱਖਿਆਦਾਇਕ ਗੱਲਾਂ ਬਾਤਾਂ ਕਰਾਂਗੀ। ਸ਼੍ਰੀ ਕ੍ਰਿਸ਼ਨ ਭਾਰਤ ਦੀ ਇੱਕ ਮਹਾਨ ਹਸਤੀ ਹੋਏ ਹਨ। ਇੱਕ ਬਹੁਮੁੱਲੇ ਹੀਰੇ ਵਾਂਗ ਇਹਨਾਂ ਦੇ ਜੀਵਨ ਦੇ ਅਨੇਕ ਪੱਖ ਹਨ ਜੋ ਇੱਕ ਦੂਜੇ ਤੋਂ ਵੱਧ ਚਮਕਦੇ ਹਨ ਅਤੇ ਸਾਡੇ ਜੀਵਨ ਦੇ ਰਾਹ ਨੂੰ ਰੌਸ਼ਨ ਕਰਦੇ ਹਨ। ਇਹ ਨਾ ਕੇਵਲ ਅਵਤਾਰ ਸਨ, ਮਹਾਨ ਯੋਗੀ ਸਨ, ਤਪੀ ਸਨ, ਉੱਚ ਕੋਟੀ ਦੇ ਯੋਧੇ ਸਨ, ਬਲਕਿ ਇੱਕ ਬੇਮਿਸਾਲ ਵਿਚਾਰਵਾਨ ਵੀ ਸਨ। ਇਹਨਾਂ ਭਗਵਤ ਗੀਤਾ ਵਿੱਚ ਮਨੁੱਖ ਨੂੰ ਸੁਖੀ ਅਤੇ ਸੁਚੱਜੇ ਜੀਵਨ ਦਾ ਢੰਗ ਦੱਸਿਆ ਹੈ। ਭਾਰਤ ਦੇ ਲੋਕਾਂ ਦੀ ਰਹਿਣੀ ਬਹਿਣੀ ਅਤੇ ਸ਼੍ਰੀ ਕ੍ਰਿਸ਼ਨ ਜੀ ਦੇ ਵਿਚਾਰਾਂ ਦਾ ਡੂੰਘਾ ਪ੍ਰਭਾਵ ਹੈ। ਇਹਨਾਂ ਸਾਨੂੰ ਦੱਸਿਆ ਹੈ ਕਿ ਸਾਨੂੰ ਹਮੇਸ਼ਾ ਸੱਚ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਸੱਚ ਦੇ ਝੰਡੇ ਥੱਲੇ ਲੜਦਿਆਂ ਹੋਇਆਂ ਝੂਠ, ਜ਼ੁਲਮ ਅਤੇ ਬਦੀ ਦਾ ਡਟ ਕੇ ਮੁਕਾਬਲਾ ਕਰਦੇ ਰਹਿਣਾ ਚਾਹੀਦਾ ਹੈ। ਅਸੀਂ ਇਸ ਕਹਾਣੀ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੀ ਬਹਾਦਰੀ, ਨਿਡਰਤਾ ਅਤੇ ਪਿਆਰ ਦੀ ਇੱਕ ਮਿਸਾਲ ਪੇਸ਼ ਕਰਦੇ ਹਾਂ। ਸ਼੍ਰੀ ਕ੍ਰਿਸ਼ਨ ਮਥੁਰਾ ਦੇ ਰਾਜਾ ਉਗਰਸੈਨ ਦੀ ਪਨੇਵੀਂ ਦੇਵਕੀ ਦੀ 8ਵੀਂ ਔਲਾਦ ਸਨ। ਉਗਰਸੈਨ ਦਾ ਲੜਕਾ ਜੋ ਇਤਿਹਾਸ ਵਿੱਚ ਕੰਸ ਦੇ ਨਾਂ ਨਾਲ ਮਸ਼ਹੂਰ ਹੈ, ਬੜਾ ਕਪਟੀ ਅਤੇ ਜ਼ਾਲਮ ਸੀ। ਉਹਨੇ ਆਪਣੇ ਪਿਤਾ ਦੇ ਵਿਰੁੱਧ ਸਾਜ਼ਿਸ਼ ਕਰਕੇ ਉਹਨੂੰ ਗੱਦੀ ਤੋਂ ਲਾ ਦਿੱਤਾ ਸੀ ਅਤੇ ਆਪ ਰਾਜਾ ਬਣ ਬੈਠਾ ਸੀ। ਉਹਦੇ ਦੇਵਕੀ ਨੇ ਅਤੇ ਉਹਦੇ ਪਤੀ ਵਾਸੁਦੇਵ ਨੂੰ ਵੀ ਕੈਦ ਵਿੱਚ ਸੁੱਟ ਦਿੱਤਾ ਸੀ। ਵਾਸੁਦੇਵ ਨੇ ਆਪਣੇ ਲੜਕੇ ਸ਼੍ਰੀ ਕ੍ਰਿਸ਼ਨ ਨੂੰ ਕੰਸ ਦੇ ਪੰਜਿਆਂ ਵਿੱਚੋਂ ਛੁਡਾਉਣ ਲਈ ਇੱਕ ਲੁਕਵੀਂ ਥਾਂ 'ਤੇ ਭੇਜ ਦਿੱਤਾ ਸੀ। ਸ਼੍ਰੀ ਕ੍ਰਿਸ਼ਨ ਜਦ ਵੱਡੇ ਹੋਏ ਤਾਂ ਉਹਨਾਂ ਨੇ ਮਥੁਰਾ ਜਾ ਕੇ ਕੰਸ ਨੂੰ ਜਾਨੋਂ ਮਾਰਿਆ ਅਤੇ ਰਾਜਾ ਉਗਰਸੈਨ ਨੂੰ ਕੈਦ ਵਿੱਚੋਂ ਕੱਢ ਕੇ ਮਥੁਰਾ ਦੇ ਤਖਤ 'ਤੇ ਮੁੜ ਬਿਠਾ ਦਿੱਤਾ। ਇਸ ਤੋਂ ਪਿੱਛੋਂ ਸ਼੍ਰੀ ਕ੍ਰਿਸ਼ਨ ਕਾਠੀਆਵਾੜ ਵੱਲ ਗਏ ਅਤੇ ਉੱਥੇ ਉਹਨਾਂ ਨੇ ਦਵਾਰਕਾ ਨਾਂ ਦਾ ਸ਼ਹਿਰ ਵਸਾਇਆ। ਇਸ ਸਮੇਂ ਸ਼੍ਰੀ ਕ੍ਰਿਸ਼ਨ ਸਿਖਰ ਜਵਾਨੀ ਵਿੱਚ ਸਨ। ਸੁੰਦਰਤਾ, ਬਹਾਦਰੀ ਅਤੇ ਸਿਆਣਪ ਵਿੱਚ ਉਹਨਾਂ ਦਾ ਕੋਈ ਵੀ ਟੱਕਰਾ ਨਹੀਂ ਸੀ ਕਰ ਸਕਦਾ। ਹੁਣ ਸਵਾਲ ਇਹ ਸੀ ਕਿ ਉਹ ਆਪਣੀ ਰਾਜਕੁਲ ਨੂੰ ਚਲਾਉਣ ਲਈ ਕਿਸ ਰਾਜਕੁਮਾਰੀ ਨਾਲ ਵਿਆਹ ਕਰਾਉਣ। ਉਸ ਸਮੇਂ ਵਿਦਰਭ ਵਿੱਚ ਭੀਸ਼ਮਕ ਨਾਂ ਦਾ ਰਾਜਾ ਰਾਜ ਕਰਦਾ ਸੀ। ਉਸ ਦੀ ਲੜਕੀ ਰਾਜਕੁਮਾਰੀ ਰੁਕਮਣੀ ਅਤੀ ਸੁੰਦਰ ਅਤੇ ਗੁਣਵਾਨ ਹੋਣ ਕਰਕੇ ਸਾਰੇ ਭਾਰਤ ਵਿੱਚ ਪ੍ਰਸਿੱਧ ਸੀ। ਰਾਜਕੁਮਾਰੀ ਰੁਕਮਣੀ ਬਾਰੇ ਸ਼੍ਰੀ ਕ੍ਰਿਸ਼ਨ ਨੇ ਵੀ ਸੁਣਿਆ ਹੋਇਆ ਸੀ। ਭਾਵੇਂ ਉਹਨਾਂ ਨੇ ਰੁਕਮਣੀ ਨੂੰ ਅੱਖੀਂ ਨਹੀਂ ਸੀ ਡਿੱਠਾ, ਫਿਰ ਵੀ ਉਹਦੀ ਸੁੰਦਰਤਾ ਅਤੇ ਗੁਣਾਂ ਬਾਰੇ ਸੁਣ ਕੇ ਉਹਨਾਂ ਦਾ ਰੁਕਮਣੀ ਨਾਲ ਪਿਆਰ ਪੈ ਗਿਆ ਸੀ। ਉੱਧਰ ਸ਼੍ਰੀ ਕ੍ਰਿਸ਼ਨ ਜੀ ਦੀ ਬਹਾਦਰੀ ਅਤੇ ਸੁੰਦਰਤਾ ਦੀਆਂ ਕਹਾਣੀਆਂ ਨੇ ਵਿਦਰਭ ਦੀ ਰਾਜਕੁਮਾਰੀ ਦੇ ਮਨ ਨੂੰ ਮੋਹ ਲਿਆ ਸੀ। ਉਹਦੀਆਂ ਅੱਖਾਂ ਵਿੱਚ ਸ਼੍ਰੀ ਕ੍ਰਿਸ਼ਨ ਹੀ ਇੱਕ ਐਸੀ ਹਸਤੀ ਸਨ ਜੋ ਉਹਦੇ ਵਰ ਦੇ ਲਾਇਕ ਹੋ ਸਕਦੇ ਸਨ। ਇੱਕ ਵਾਰੀ ਕੁਝ ਵਪਾਰੀ ਵਪਾਰ ਦੇ ਸਬੰਧ ਵਿੱਚ ਦਵਾਰਕਾ ਤੋਂ ਵਾਪਸ ਆਏ। ਰੁਕਮਣੀ ਨੇ ਉਹਨਾਂ ਪਾਸੋਂ ਸ਼੍ਰੀ ਕ੍ਰਿਸ਼ਨ ਬਾਰੇ ਪੁੱਛਿਆ। ਉਹਨਾਂ ਨੇ ਸ਼੍ਰੀ ਕ੍ਰਿਸ਼ਨ ਦੀ ਸਰੀਰਕ ਸੁੰਦਰਤਾ, ਪ੍ਰਤਾਪ ਅਤੇ ਖੁੱਲ੍ਹਦਿਲੀ ਦੀ ਇਤਨੀ ਉਪਮਾ ਕੀਤੀ ਕਿ ਰੁਕਮਣੀ ਨੇ ਆਪਣੇ ਮਨ ਵਿੱਚ ਪੱਕਾ ਕਰ ਲਿਆ ਕਿ ਜੇ ਉਹ ਵਿਆਹ ਕਰਾਏਗੀ ਤਾਂ ਕੇਵਲ ਸ਼੍ਰੀ ਕ੍ਰਿਸ਼ਨ ਨਾਲ ਹੀ ਕਰਾਏਗੀ। ਰਾਜਕੁਮਾਰੀ ਰੁਕਮਣੀ ਦੇ 5 ਭਰਾ ਸਨ। ਉਹਨੇ ਸਾਰਿਆਂ ਕੋਲੋਂ ਆਪਣੀ ਇਸ ਪ੍ਰਤੱਗਿਆ ਨੂੰ ਪੂਰਾ ਕਰਨ ਵਿੱਚ ਸਹਾਇਤਾ ਮੰਗੀ। 4 ਛੋਟੇ ਭਰਾਵਾਂ ਨੇ ਉਹਦੀ ਗੱਲ ਮੰਨ ਲਈ, ਪਰ ਸਭ ਤੋਂ ਵੱਡਾ ਭਰਾ ਜਿਸ ਦਾ ਨਾਂ ਰੁਕਮੀ ਸੀ, ਇਹ ਗੱਲ ਸੁਣ ਕੇ ਅੰਦਰੋਂ ਅੰਦਰ ਬੜਾ ਕ੍ਰੋਧਵਾਨ ਹੋਇਆ। ਉਹ ਸ਼੍ਰੀ ਕ੍ਰਿਸ਼ਨ ਦਾ ਦਿਨ ਬ ਦਿਨ ਵੱਧ ਰਿਹਾ ਜਸ ਵੇਖ ਨਹੀਂ ਸੀ ਸਿਖਾਉਂਦਾ। ਉਹਨੇ ਕਰ ਕਰਾ ਕੇ ਰੁਕਮਣੀ ਦੀ ਮੰਗਣੀ ਇੱਕ ਹੋਰ ਰਾਜਕੁਮਾਰ ਨਾਲ, ਜਿਸ ਦਾ ਨਾਂ ਸ਼ਿਸ਼ੂਪਾਲ ਸੀ, ਕਰਵਾ ਦਿੱਤੀ। ਜਦੋਂ ਰਾਜਕੁਮਾਰੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬੜੀ ਦੁਖੀ ਅਤੇ ਨਿਰਾਸ਼ ਹੋਈ, ਪਰ ਉਹ ਹੌਸਲਾ ਹਾਰਨ ਵਾਲੀ ਇਸਤਰੀ ਨਹੀਂ ਸੀ। ਉਹਨੇ ਆਪਣੇ ਪਰਨ ਨੂੰ ਪਾਲਣ ਦਾ ਪੂਰਾ ਨਿਸ਼ਚਾ ਕਰ ਲਿਆ। ਉਹਦੇ ਮਹੱਲ ਵਿੱਚ ਕੰਮ ਕਰਨ ਵਾਲੇ ਸੇਵਕਾਂ ਵਿੱਚ ਇੱਕ ਬ੍ਰਾਹਮਣ ਵੀ ਸੀ। ਰੁਕਮਣੀ ਨੇ ਉਹਨੂੰ ਆਪਣੇ ਪਾਸ ਬੁਲਾ ਕੇ ਕਿਹਾ, ਪੰਡਤ ਜੀ, ਮੈਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਬ੍ਰਾਹਮਣ ਨੇ ਉੱਤਰ ਦਿੱਤਾ, ਸੁੰਦਰੀ, ਮੈਂ ਹਾਜ਼ਰ ਹਾਂ। ਤੇਰੀ ਖਾਤਰ ਜੋ ਵੀ ਤੁੱਛ ਸੇਵਾ ਮੈਥੋਂ ਹੋ ਸਕੇਗੀ ਮੈਂ ਜ਼ਰੂਰ ਕਰਾਂਗਾ। ਰਾਜਕੁਮਾਰੀ ਰੁਕਮਣੀ ਨੇ ਕਿਹਾ, ਮੈਂ ਤੁਹਾਨੂੰ ਇੱਕ ਚਿੱਠੀ ਦਿੰਦੀ ਹਾਂ, ਤੁਸੀਂ ਇਹ ਦਵਾਰਕਾ ਦੇ ਰਾਜੇ ਸ਼੍ਰੀ ਕ੍ਰਿਸ਼ਨ ਪਾਸ ਪਹੁੰਚਾਓ। ਬ੍ਰਾਹਮਣ ਨੇ ਕਿਹਾ,
ਪੈਂਡਾ ਬੜਾ ਲੰਮਾ ਤੇ ਕਠਿਨ ਹੈ, ਪਰ ਕੋਈ ਨਹੀਂ, ਮੈਂ ਇਹ ਕੰਮ ਜ਼ਰੂਰ ਕਰ ਆਵਾਂਗਾ। ਰਾਜਕੁਮਾਰੀ ਨੇ ਉਸੇ ਵੇਲੇ ਇੱਕ ਚਿੱਠੀ ਲਿਖੀ ਜੋ ਬ੍ਰਾਹਮਣ ਲੈ ਕੇ ਦਵਾਰਕਾ ਵੱਲ ਤੁਰ ਪਿਆ। ਉੱਥੇ ਪਹੁੰਚ ਕੇ ਉਹ ਸਿੱਧਾ ਦਰਬਾਰ ਵਿੱਚ ਗਿਆ। ਸ਼੍ਰੀ ਕ੍ਰਿਸ਼ਨ ਸੁਨਹਿਰੀ ਤਖਤ 'ਤੇ ਬਿਰਾਜਮਾਨ ਸਨ। ਬ੍ਰਾਹਮਣ ਨੂੰ ਵੇਖਦਿਆਂ ਹੀ ਸ਼੍ਰੀ ਕ੍ਰਿਸ਼ਨ ਸਿੰਘਾਸਨ ਤੋਂ ਉਤਰੇ ਤੇ ਬੜੇ ਸਤਿਕਾਰ ਨਾਲ ਉਹਨਾਂ ਨੇ ਬ੍ਰਾਹਮਣ ਨੂੰ ਆਪਣੇ ਲਾਗੇ ਬਿਠਾਇਆ। ਜਦ ਬ੍ਰਾਹਮਣ ਨੇ ਆਰਾਮ ਕਰ ਲਿਆ ਤੇ ਭੋਜਨ ਖਾ ਲਿਆ ਤਾਂ ਸ਼੍ਰੀ ਕ੍ਰਿਸ਼ਨ ਨੇ ਬੜੇ ਆਦਰ ਨਾਲ ਬ੍ਰਾਹਮਣ ਤੋਂ ਉਹਦੇ ਆਉਣ ਦਾ ਕਾਰਨ ਪੁੱਛਿਆ। ਬ੍ਰਾਹਮਣ ਨੇ ਉੱਤਰ ਦਿੱਤਾ, ਤੁਹਾਡੇ ਪਾਸ ਮੈਂ ਇੱਕ ਬੜੇ ਜ਼ਰੂਰੀ ਕੰਮ ਲਈ ਹਾਜ਼ਰ ਹੋਇਆ ਹਾਂ। ਮੇਰੇ ਮਾਲਕ ਵਿਦਰਭ ਦੇ ਰਾਜੇ ਨੇ ਆਪਣੀ ਲੜਕੀ ਰਾਜਕੁਮਾਰੀ ਰੁਕਮਣੀ ਨੂੰ ਉਹਦੀ ਮਰਜ਼ੀ ਦੇ ਵਿਰੁੱਧ ਰਾਜਕੁਮਾਰ ਸ਼ਿਸ਼ੂਪਾਲ ਨਾਲ ਮੰਗ ਦਿੱਤਾ ਹੈ। ਇਸ ਸਿਲਸਿਲੇ ਵਿੱਚ ਮੈਂ ਰਾਜਕੁਮਾਰੀ ਵੱਲੋਂ ਇੱਕ ਖੱਤ ਤੁਹਾਡੀ ਸੇਵਾ ਵਿੱਚ ਲਿਆਇਆ ਹਾਂ। ਇਹ ਕਹਿ ਕੇ ਬ੍ਰਾਹਮਣ ਨੇ ਆਪਣੀ ਧੋਤੀ ਦੇ ਪੱਲਿਓਂ ਖੱਤ ਖੋਲ੍ਹਿਆ ਤੇ ਸ਼੍ਰੀ ਕ੍ਰਿਸ਼ਨ ਨੂੰ ਦੇ ਦਿੱਤਾ। ਉਸ ਵਿੱਚ ਲਿਖਿਆ ਸੀ, ਮਹਾਰਾਜ, ਮੈਂ ਤੁਹਾਡੀ ਉਦਾਰਤਾ ਤੇ ਬਹਾਦਰੀ ਦੀ ਇਤਨੀ ਉਪਮਾ ਸੁਣੀ ਹੈ ਕਿ ਮੈਨੂੰ ਤੁਹਾਥੋਂ ਸਿਵਾਏ ਹੋਰ ਕੁਝ ਸੁਝਦਾ ਨਹੀਂ। ਮੇਰੇ ਮਨ ਅੰਦਰ ਵਿੱਚ ਕੇਵਲ ਤੁਹਾਡਾ ਹੀ ਵਾਸ ਹੈ। ਇਸ ਵਿੱਚ ਮੈਨੂੰ ਕੋਈ ਲੋਕ ਲੱਜਿਆ ਨਹੀਂ, ਕੋਈ ਸ਼ਰਮ ਨਹੀਂ, ਕਿਉਂਕਿ ਤੁਸੀਂ ਇੱਕ ਮਹਾਨ ਆਤਮਾ ਹੋ। ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਇੱਥੇ ਆ ਕੇ ਤੇ ਮੈਨੂੰ ਆਪਣੀ ਲਾੜੀ ਬਣਾ ਕੇ ਆਪਣੇ ਨਾਲ ਲੈ ਜਾਓ। ਜੇ ਤੁਸੀਂ ਨਾ ਆਏ ਤਾਂ ਮੈਨੂੰ ਸ਼ਿਸ਼ੂਪਾਲ ਦੀ ਪਤਨੀ ਬਣਨਾ ਪਵੇਗਾ, ਜਿਹਨੂੰ ਮੈਂ ਦਿਲੋਂ ਨਫ਼ਰਤ ਕਰਦੀ ਹਾਂ। ਮੇਰੇ ਵਿਆਹ ਦਾ ਦਿਨ ਨਿਯਤ ਹੋ ਗਿਆ ਹੈ, ਇਸ ਲਈ ਤੁਸੀਂ ਮੇਰੇ ਪਿਤਾ ਪਾਸੋਂ ਮੇਰੀ ਮੰਗ ਨਹੀਂ ਕਰ ਸਕਦੇ। ਇਸ ਔਕੜ ਦਾ ਇੱਕੋ ਇੱਕ ਹੱਲ ਇਹ ਹੈ ਕਿ ਤੁਸੀਂ ਸਵੰਬਰ ਦੇ ਨਿਯਤ ਕੀਤੇ ਦਿਨ ਤੋਂ ਇੱਕ ਦਿਨ ਪਹਿਲਾਂ ਆਪਣੇ 94 ਸੂਰਮੇ ਨਾਲ ਲੈ ਕੇ ਆਓ, ਤਾਂ ਜੋ ਤੁਸੀਂ ਸ਼ਿਸ਼ੂਪਾਲ ਦੇ ਆਦਮੀਆਂ ਨੂੰ ਸੋਧ ਕੇ ਮੈਨੂੰ ਆਪਣੇ ਨਾਲ ਲੈ ਜਾ ਸਕੋ। ਪਰ ਇਹ ਖਿਆਲ ਰੱਖਣਾ ਕਿ ਮਹੱਲ 'ਤੇ ਹਮਲਾ ਨਾ ਕਰਿਓ, ਨਹੀਂ ਤਾਂ ਮੇਰਾ ਪਿਤਾ ਲੜਦਾ ਲੜਦਾ ਸ਼ਹੀਦ ਹੋ ਜਾਏਗਾ। ਮੈਂ ਇੱਕ ਵਿਉਂਤ ਸੋਚੀ ਹੈ। ਵਿਆਹ ਤੋਂ ਇੱਕ ਦਿਨ ਪਹਿਲਾਂ ਮੈਂ ਅੰਬਿਕਾ ਦੇਵੀ ਦੇ ਮੰਦਰ ਵਿੱਚ ਪੂਜਾ ਕਰਨ ਜਾਵਾਂਗੀ। ਜਦ ਮੈਂ ਉੱਥੋਂ ਵਾਪਸ ਮੁੜਾਂਗੀ ਤਾਂ ਤੁਸੀਂ ਮੇਰਾ ਰਾਹ ਰੋਕ ਲੈਣਾ ਤੇ ਆਪਣੇ ਰੱਥ 'ਤੇ ਬਿਠਾ ਕੇ ਮੈਨੂੰ ਆਪਣੇ ਨਾਲ ਹੀ ਲੈ ਜਾਣਾ। ਜੇ ਤੁਸੀਂ ਮੇਰੀ ਪ੍ਰਾਰਥਨਾ ਕਬੂਲ ਨਾ ਕੀਤੀ ਤਾਂ ਮੈਂ ਇਹ ਆਸ ਕਰਦੀ ਹੋਈ ਸਵਾਸ ਤਿਆਗ ਦੇਵਾਂਗੀ ਕਿ ਜੇ ਇਸ ਜਨਮ ਵਿੱਚ ਨਹੀਂ ਤਾਂ ਅਗਲੇ ਜਨਮ ਵਿੱਚ ਸ਼ਾਇਦ ਮੇਰਾ ਤੁਹਾਡੇ ਨਾਲ ਮੇਲ ਹੋ ਜਾਏ। ਸ਼੍ਰੀ ਕ੍ਰਿਸ਼ਨ ਨੇ ਇੱਕ ਨਹੀਂ 2-3 ਵਾਰੀ ਇਹ ਚਿੱਠੀ ਪੜ੍ਹੀ। ਕੁਝ ਵਿਚਾਰ ਪਿੱਛੋਂ ਉਹਨਾਂ ਨੇ ਬ੍ਰਾਹਮਣ ਨੂੰ ਕਿਹਾ, ਮੈਂ ਰਾਜਕੁਮਾਰੀ ਰੁਕਮਣੀ ਨੂੰ ਜਾਨੋਂ ਵੱਧ ਪਿਆਰ ਕਰਦਾ ਹਾਂ, ਪਰ ਉਹਦੇ ਭਰਾ ਰੁਕਮਣੀ ਦੀ ਮੇਰੇ ਨਾਲ ਲੱਗਦੀ ਹੈ। ਇਸ ਲਈ ਉਹਦੇ ਰਾਜੇ ਨੂੰ ਗੁੰਮਰਾਹ ਕਰਕੇ ਰੁਕਮਣੀ ਨੂੰ ਸ਼ਿਸ਼ੂਪਾਲ ਨਾਲ ਮੰਗ ਦਿੱਤਾ ਹੈ। ਹੁਣ ਕਿਉਂਕਿ ਰਾਜਕੁਮਾਰੀ ਨੂੰ ਇਹ ਵਿਆਹ ਪਸੰਦ ਨਹੀਂ ਤੇ ਉਹਨੇ ਸਹਾਇਤਾ ਲਈ ਮੈਨੂੰ ਸੱਦ ਭੇਜਿਆ ਹੈ। ਮੈਂ ਇਸ ਸੰਕਟ ਵਿੱਚ ਜ਼ਰੂਰ ਉਸ ਦੀ ਸਹਾਇਤਾ ਕਰਾਂਗਾ। ਜਦ ਪੁੱਛਣ ਤੇ ਪਤਾ ਲੱਗਾ ਕਿ ਵਿਆਹ ਦਾ ਦਿਨ ਨੇੜੇ ਹੀ ਹੈ ਤਾਂ ਸ਼੍ਰੀ ਕ੍ਰਿਸ਼ਨ ਨੇ ਆਪਣੇ ਰਥਵਾਨ ਦਰੁਕ ਨੂੰ ਰੱਥ ਤਿਆਰ ਕਰਨ ਲਈ ਕਿਹਾ। ਦਰੁਕ ਨੇ ਰੱਥ ਜਲਦੀ ਹੀ ਲਿਆ ਕੇ ਮਹੱਲ ਦੇ ਬਾਹਰ ਖੜਾ ਕਰ ਦਿੱਤਾ। ਸ਼੍ਰੀ ਕ੍ਰਿਸ਼ਨ 94 ਸੂਰਮਿਆਂ ਦੇ ਇੱਕ ਦਸਤੇ ਨੂੰ ਵੀ ਰੱਥਾਂ ਵਿੱਚ ਬਿਠਾ ਕੇ ਨਾਲ ਲੈ ਗਏ ਤੇ ਰਾਤ ਦਿਨ ਲਗਾਤਾਰ ਸਫ਼ਰ ਕਰਦਿਆਂ ਐਨ ਸਮੇਂ ਸਿਰ ਵਿਦਰਭ ਦੀ ਰਾਜਧਾਨੀ ਕੁੰਦਨਪੁਰੀ ਵਿੱਚ ਵਿਆਹ ਦੇ ਦਿਨ ਤੋਂ ਇੱਕ ਦਿਨ ਪਹਿਲਾਂ ਪਹੁੰਚ ਗਏ। ਸ਼ਹਿਰ ਵਿੱਚ ਬੜੀ ਚਹਿਲ ਪਹਿਲ ਸੀ। ਹਰ ਥਾਂ ਰੰਗ ਬਰੰਗੀਆਂ ਝੰਡੀਆਂ ਨਾਲ ਸਜੀ ਹੋਈ ਸੀ। ਇਤਨੇ ਵਿੱਚ ਰਾਜਕੁਮਾਰ ਸ਼ਿਸ਼ੂਪਾਲ ਵੀ ਆਪਣੇ ਪਿਤਾ ਦੇ ਨਾਲ ਸ਼ਹਿਰ ਲਾਗੇ ਪਹੁੰਚ ਗਿਆ। ਰਾਜਾ ਭੀਸ਼ਮਕ ਆਪਣੇ ਹੋਣ ਵਾਲੇ ਜਵਾਈ ਦੇ ਸਵਾਗਤ ਲਈ ਉੱਥੇ ਗਿਆ। ਇਹ ਖਬਰ ਸੁਣ ਕੇ ਰੁਕਮਣੀ ਬੜੀ ਨਿਰਾਸ਼ ਹੋਈ, ਕਿਉਂਕਿ ਉਹ ਬ੍ਰਾਹਮਣ ਜਿਸ ਹੱਥ ਉਹਨੇ ਸ਼੍ਰੀ ਕ੍ਰਿਸ਼ਨ ਨੂੰ ਸੁਨੇਹਾ ਪਹੁੰਚਾਇਆ ਸੀ ਹਾਲੀ ਤੱਕ ਵਾਪਸ ਨਹੀਂ ਸੀ ਮੁੜਿਆ। ਉਹ ਮਹੱਲ ਦੇ ਕਮਰੇ ਵਿੱਚ ਚੁੱਪਚਾਪ ਬੈਠੀ ਰਹੀ। ਜੋ ਉਹਨੇ ਸ਼੍ਰੀ ਕ੍ਰਿਸ਼ਨ ਨੂੰ ਲਿਖਿਆ ਸੀ, ਕਦੀ ਉਹਨੂੰ ਖਿਆਲ ਆਉਂਦਾ ਸੀ ਕਿ ਉਹ ਕਿਤੇ ਇਸ ਖੱਤ ਨੂੰ ਬੁਰਾ ਨਾ ਮਨਾਉਣ ਤੇ ਕਦੀ ਸੋਚਦੀ ਸੀ ਕਿ ਉਹ ਸ਼ਾਇਦ ਵੇਲੇ ਸਿਰ ਆ ਹੀ ਪਹੁੰਚਣ। ਅਚਾਨਕ ਰੁਕਮਣੀ ਦੀ ਖੱਬੀ ਅੱਖ ਫਰਕਣ ਲੱਗ ਪਈ। ਇਹ ਉਹਨੇ ਇੱਕ ਸ਼ੁਭ ਸ਼ਗਨ ਸਮਝਿਆ। ਉਹਨੂੰ ਕੋਈ ਅਚੰਭਾ ਨਾ ਹੋਇਆ ਜਦੋਂ ਇੱਕ ਦਾਸੀ ਨੇ ਬ੍ਰਾਹਮਣ ਦੇ ਆਉਣ ਦੀ ਖਬਰ ਦਿੱਤੀ। ਬ੍ਰਾਹਮਣ ਦਾ ਚਿਹਰਾ ਖੁਸ਼ ਵੇਖ ਕੇ ਰਾਜਕੁਮਾਰੀ ਨੂੰ ਕੁਝ ਆਸ ਹੋ ਗਈ। ਉਹ ਬੜੀ ਉਤਾਵਲੀ ਹੋ ਕੇ ਬ੍ਰਾਹਮਣ ਨੂੰ ਪੁੱਛਣ ਲੱਗੀ, ਪੰਡਤ ਜੀ, ਮੈਨੂੰ ਜਲਦੀ ਦੱਸੋ ਕਿ ਸ਼੍ਰੀ ਕ੍ਰਿਸ਼ਨ ਜੀ ਆ ਰਹੇ ਨੇ ਕਿ ਨਹੀਂ। ਬ੍ਰਾਹਮਣ ਨੇ ਕਿਹਾ, ਰਾਜਕੁਮਾਰੀ, ਚਿੰਤਾ ਨਾ ਕਰ, ਸ਼੍ਰੀ ਕ੍ਰਿਸ਼ਨ ਕੁੰਦਨਪੁਰੀ ਵਿੱਚ ਪਹੁੰਚ ਚੁੱਕੇ ਨੇ। ਇਹ ਕਹਿ ਕੇ ਬ੍ਰਾਹਮਣ ਨੇ ਆਪਣੇ ਸਫ਼ਰ ਦਾ ਮੁੱਢ ਤੋਂ ਅਖੀਰ ਤੱਕ ਸਾਰਾ ਹਾਲ ਕਹਿ ਸੁਣਾਇਆ। ਸ਼੍ਰੀ ਕ੍ਰਿਸ਼ਨ ਕੁੰਦਨਪੁਰੀ ਵਿੱਚ ਲੁਕ ਛਿਪ ਕੇ ਨਹੀਂ ਸਨ ਆਉਣਾ ਚਾਹੁੰਦੇ, ਸੋ ਉਹਨਾਂ ਨੇ ਆਪਣੇ ਆਉਣ ਦੀ ਖਬਰ ਰਾਜੇ ਤੱਕ ਪਹੁੰਚਾ ਦਿੱਤੀ। ਰਾਜਾ ਉਹਨਾਂ ਨੂੰ ਵੀ ਸ਼ਹਿਰੋਂ ਬਾਹਰ ਲੈਣ ਲਈ ਆਇਆ ਤੇ ਬੜੀ ਇੱਜ਼ਤ ਨਾਲ ਸ਼ਹਿਰ ਅੰਦਰ ਲੈ ਗਿਆ। ਉਸੇ ਸ਼ਾਮ ਨੂੰ ਰੁਕਮਣੀ ਸ਼੍ਰੀ ਕ੍ਰਿਸ਼ਨ ਨੂੰ ਲਿਖੇ ਮੁਤਾਬਿਕ ਪੂਜਾ ਲਈ ਅੰਬਿਕਾ ਦੇਵੀ ਦੇ ਮੰਦਰ ਵੱਲ ਗਈ। ਉਹਦੀ ਪਾਲਕੀ ਨਾਲ ਉਹਦੀਆਂ ਕਈ ਸਹੇਲੀਆਂ ਸਨ। ਰਾਖੀ ਲਈ ਹਥਿਆਰਬੰਦ ਸਿਪਾਹੀ ਵੀ ਨਾਲ ਸਨ। ਮੰਦਰ ਦੇ ਅੰਦਰ ਜਾ ਕੇ ਉਹਨੇ ਰਸਮ ਅਨੁਸਾਰ ਪੂਜਾ ਕੀਤੀ ਤੇ ਮਨ ਵਿੱਚ ਪ੍ਰਾਰਥਨਾ ਕੀਤੀ, ਅੰਬਿਕਾ ਦੇਵੀ, ਜੇ ਮੈਂ ਤੈਨੂੰ ਮੇਰੀ ਸੇਵਾ ਕਬੂਲ ਹੈ ਤਾਂ ਤੂੰ ਇਹ ਆਗਿਆ ਦੇ ਕਿ ਸ਼ਿਸ਼ੂਪਾਲ ਦੀ ਥਾਂ ਸ਼੍ਰੀ ਕ੍ਰਿਸ਼ਨ ਮੇਰੇ ਪਤੀ ਬਣਨ।
ਇਹ ਕਹਿ ਕੇ ਉਹਨੇ ਅੰਬਿਕਾ ਦੇਵੀ ਦੇ ਬੁੱਤ ਸਾਹਮਣੇ ਇੱਕ ਨਾਰੀਅਲ ਤੇ ਕੁਝ ਫੁੱਲ ਚੜਾਏ ਤੇ ਆਰਤੀ ਕੀਤੀ। ਫਿਰ ਦੋ ਸਹੇਲੀਆਂ ਦੇ ਹੱਥਾਂ ਵਿੱਚ ਹੱਥ ਪਾ ਕੇ ਉਹ ਮੰਦਿਰ ਤੋਂ ਬਾਹਰ ਆਈ। ਦਲੀਜ 'ਤੇ ਖੜੇ ਹੋ ਕੇ ਉਹਨੇ ਇੱਧਰ ਉੱਧਰ ਨਜ਼ਰ ਫੇਰੀ ਕਿ ਸ਼ਾਇਦ ਉਹਨੂੰ ਕਿਤੇ ਸ਼੍ਰੀ ਕ੍ਰਿਸ਼ਨ ਦਾ ਰੱਥ ਦਿਸ ਪਵੇ। ਉਹਨੂੰ ਪਤਾ ਸੀ ਕਿ ਉਹਨਾਂ ਦੇ ਰੱਥ ਦੇ ਝੰਡੇ 'ਤੇ ਬਾਜ ਦਾ ਨਿਸ਼ਾਨ ਹੈ। ਅਚਾਨਕ ਨੇੜੇ ਹੀ ਉਹ ਝੰਡਾ ਵਿਖਾਈ ਦਿੱਤਾ। ਸ਼੍ਰੀ ਕ੍ਰਿਸ਼ਨ ਮੌਕੇ ਦੀ ਤਾੜ ਵਿੱਚ ਸਨ ਤੇ ਮੌਕਾ ਮਿਲਦਿਆਂ ਹੀ ਉਹਨਾਂ ਆਪਣਾ ਰੱਥ ਮੰਦਿਰ ਲਾਗੇ ਲੈ ਆਏ। ਰਾਜਕੁਮਾਰੀ ਨੇ ਆਪਣੀ ਪਾਲਕੀ ਕੋਲੋਂ ਕੁਝ ਪਰੇ ਹਟ ਕੇ ਆਪਣੇ ਹੱਥ ਸ਼੍ਰੀ ਕ੍ਰਿਸ਼ਨ ਦੇ ਹੱਥ ਵੱਲ ਵਧਾਏ। ਸ਼੍ਰੀ ਕ੍ਰਿਸ਼ਨ ਨੇ ਸਹਿਲ ਹੀ ਰਾਜਕੁਮਾਰੀ ਨੂੰ ਚੁੱਕ ਕੇ ਰੱਥ ਵਿੱਚ ਬਿਠਾ ਲਿਆ ਤੇ ਸ਼ਹਿਰ ਦੀਆਂ ਭੀੜੀਆਂ ਗਲੀਆਂ ਵਿੱਚੋਂ ਰੱਥ ਨੂੰ ਇਸ ਚਤੁਰਾਈ ਨਾਲ ਕੱਢ ਕੇ ਲੈ ਗਏ ਕਿ ਇਸ ਖਬਰ ਦੇ ਸ਼ਹਿਰ ਵਿੱਚ ਫੈਲਣ ਤੋਂ ਪਹਿਲਾਂ ਹੀ ਉਹ ਉੱਥੋਂ ਕਈ ਮੀਲ ਦੂਰ ਨਿਕਲ ਗਏ ਸਨ। ਜਦ ਸ਼ਿਸ਼ੂਪਾਲ ਨੂੰ ਇਹ ਖਬਰ ਮਿਲੀ, ਉਹਨੇ ਇਸ ਵਿੱਚ ਆਪਣਾ ਬੜਾ ਅਪਮਾਨ ਸਮਝਿਆ ਤੇ ਬੜਾ ਲਾਲ ਪੀਲਾ ਹੋਇਆ। ਉਹਨੇ ਜਲਦੀ ਆਪਣੇ ਕੁਝ ਸੈਨਿਕ ਤਿਆਰ ਕੀਤੇ ਤੇ ਬੜੀ ਤੇਜ਼ੀ ਨਾਲ ਸ਼੍ਰੀ ਕ੍ਰਿਸ਼ਨ ਜੀ ਦਾ ਪਿੱਛਾ ਕਰਨਾ ਆਰੰਭ ਕਰ ਦਿੱਤਾ। ਪਰ ਸ਼੍ਰੀ ਕ੍ਰਿਸ਼ਨ ਦੇ ਬਹਾਦਰ ਸੈਨਿਕ ਥੋੜੀ ਵਿੱਥ ਤੇ ਲੁਕੇ ਹੋਏ ਸਨ। ਜਿਵੇਂ ਹੀ ਸ਼ਿਸ਼ੂਪਾਲ ਦੇ ਸਿਪਾਹੀ ਕੁੰਦਨਪੁਰੀ ਦੀਆਂ ਭੀੜੀਆਂ ਗਲੀਆਂ ਵਿੱਚੋਂ ਬਾਹਰ ਨਿਕਲੇ, ਉਹ ਭੁੱਖੇ ਸ਼ੇਰਾਂ ਵਾਂਗ ਉਹਨਾਂ ਉੱਪਰ ਟੁੱਟ ਕੇ ਪਏ। ਕੁਝ ਯਾਦਵ ਸਿਪਾਹੀਆਂ ਨੇ ਪਿਛਲੇ ਪਾਸਿਓਂ ਵੀ ਹਮਲਾ ਕਰ ਦਿੱਤਾ ਤੇ ਸ਼ਿਸ਼ੂਪਾਲ ਦੇ ਘੇਰੇ ਵਿੱਚ ਆਏ ਸੈਨਿਕਾਂ ਦੇ ਚੰਗੇ ਆਹੂ ਲਾਏ। ਪਰ ਰਾਜਕੁਮਾਰੀ ਰੁਕਮਣੀ ਦਾ ਭਰਾ ਰੁਕਮੀ ਘੇਰੇ ਨੂੰ ਤੋੜ ਕੇ ਅੰਨ੍ਹੇਵਾਹ ਆਪਣੇ ਰੱਥ ਨੂੰ ਦੌੜਾਉਂਦਾ ਹੋਇਆ ਸ਼੍ਰੀ ਕ੍ਰਿਸ਼ਨ ਨੂੰ ਜਾ ਮਿਲਿਆ। ਜੇ ਸ਼੍ਰੀ ਕ੍ਰਿਸ਼ਨ ਦੇ ਸਿਪਾਹੀ ਚਾਹੁੰਦੇ ਤਾਂ ਉਹਨੂੰ ਸੈਲ ਹੀ ਖਤਮ ਕਰ ਸਕਦੇ ਸਨ, ਪਰ ਸ਼੍ਰੀ ਕ੍ਰਿਸ਼ਨ ਨੇ ਉਹਨੂੰ ਆਪਣੇ ਨਾਲ ਇਕੱਲਿਆਂ ਦੋ ਹੱਥ ਕਰਨ ਲਈ ਹੀ ਵੰਗਾਰਿਆ। ਰੁਕਮੀ ਨੇ ਇਹ ਮੰਨ ਲਿਆ ਤੇ ਉਹਨੇ ਸ਼੍ਰੀ ਕ੍ਰਿਸ਼ਨ ਤੇ ਆਪਣੇ ਤੀਰ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਕਮਾਨ ਨੂੰ ਕੱਸਦਿਆਂ ਹੀ ਸ਼੍ਰੀ ਕ੍ਰਿਸ਼ਨ ਨੇ ਰੁਕਮੀ ਦੇ ਰਥਵਾਨ ਤੇ ਘੋੜਿਆਂ ਨੂੰ ਪਾਰ ਬੁਲਾ ਦਿੱਤਾ ਤੇ ਰੁਕਮੀ ਦੇ ਤਨੇ ਹੋਏ ਕਮਾਨ ਨੂੰ ਨਿਸ਼ਾਨਾ ਮਾਰ ਕੇ ਭੰਨ ਤੋੜ ਦਿੱਤਾ। ਇਸ ਤੇ ਰੁਕਮੀ ਆਪਣੇ ਰੱਥ ਤੋਂ ਲਪਕ ਕੇ ਥੱਲੇ ਆਇਆ ਤੇ ਉਹਨੇ ਤਲਵਾਰ ਧੂ ਕੇ ਸ਼੍ਰੀ ਕ੍ਰਿਸ਼ਨ ਤੇ ਵਾਰ ਕੀਤਾ। ਸ਼੍ਰੀ ਕ੍ਰਿਸ਼ਨ ਨੇ ਵੀ ਤਲਵਾਰ ਦਾ ਤਲਵਾਰ ਨਾਲ ਜਵਾਬ ਦਿੱਤਾ, ਪਰ ਰਾਜਕੁਮਾਰੀ ਰੁਕਮਣੀ ਨੇ ਸ਼੍ਰੀ ਕ੍ਰਿਸ਼ਨ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਹਦੇ ਭਰਾ ਨੂੰ ਜਾਨੋਂ ਨਾ ਮਾਰਨ। ਇਸ ਲਈ ਉਹ ਬੜਾ ਚਤੁਰਾਈ ਨਾਲ ਰੁਕਮੀ ਦੇ ਵਾਰਾਂ ਨੂੰ ਬਚਾਉਂਦੇ ਰਹੇ। ਆਖਿਰ ਮੌਕਾ ਪਾ ਕੇ ਉਹਨਾਂ ਨੇ ਤਲਵਾਰ ਦੇ ਖੁੰਡੇ ਪਾਸੇ ਨਾਲ ਰੁਕਮੀ ਦੇ ਸਿਰ ਤੇ ਇੱਕ ਐਸਾ ਵਾਰ ਕੀਤਾ ਜਿਸ ਨਾਲ ਉਹ ਮੂਰਛਾ ਖਾ ਕੇ ਥੱਲੇ ਡਿੱਗ ਪਿਆ। ਸ਼੍ਰੀ ਕ੍ਰਿਸ਼ਨ ਨੇ ਉਹਦੇ ਜ਼ਖਮਾਂ ਨੂੰ ਆਪਣੇ ਰੁਮਾਲ ਨਾਲ ਪੂੰਝਿਆ ਤੇ ਉਹਨੂੰ ਉੱਥੋਂ ਜਾਣ ਦੀ ਆਗਿਆ ਦੇ ਦਿੱਤੀ। ਰੁਕਮੀ ਨੂੰ ਆਪਣੇ ਹਾਰ ਤੇ ਇਤਨੀ ਲੱਜਿਆ ਆਈ ਕਿ ਉਹਨੂੰ ਵਾਪਸ ਕੁੰਦਨਪੁਰੀ ਜਾਣ ਦਾ ਹਿਆ ਹੀ ਨਾ ਪਿਆ। ਉਹ ਕਿਸੇ ਦੂਰ ਦੇਸ਼ ਵਿੱਚ ਚਲਾ ਗਿਆ ਤੇ ਉੱਥੇ ਜਾ ਕੇ ਉਹਨੇ ਭੋਜਗਤ ਨਾਂ ਦਾ ਸ਼ਹਿਰ ਵਸਾਇਆ। ਉਧਰ ਸ਼ਿਸ਼ੂਪਾਲ ਦੇ ਸਿਪਾਹੀਆਂ ਨੂੰ ਹਰਾ ਕੇ ਸ਼੍ਰੀ ਕ੍ਰਿਸ਼ਨ ਦੇ ਸੈਨਿਕ ਉਹਨਾਂ ਨੂੰ ਆ ਮਿਲੇ ਤੇ ਸਭ ਜਣੇ ਰਾਜੀ ਖੁਸ਼ੀ ਦਵਾਰਕਾ ਜਾ ਪਹੁੰਚੇ। ਲੋਕਾਂ ਨੇ ਸ਼੍ਰੀ ਕ੍ਰਿਸ਼ਨ ਦਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ। ਕੁਝ ਦਿਨਾਂ ਪਿੱਛੋਂ ਸ਼੍ਰੀ ਕ੍ਰਿਸ਼ਨ ਅਤੇ ਰੁਕਮਣੀ ਦਾ ਬੜੀ ਧੂਮ-ਧਾਮ ਨਾਲ ਵਿਆਹ ਹੋ ਗਿਆ ਤੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਭਾਵੇਂ ਇਸ ਘਟਨਾ ਨੂੰ ਲਗਭਗ 3000 ਸਾਲ ਚਾਰ ਹੋ ਚੁੱਕੇ ਹਨ, ਪਰ ਭਾਰਤ ਵਿੱਚ ਮਾਤਾਵਾਂ ਆਪਣੇ ਬੱਚਿਆਂ ਨੂੰ ਹਾਲੀ ਵੀ ਇਹ ਕਹਾਣੀ ਸੁਣਾਉਂਦੀਆਂ ਹਨ ਤੇ ਪ੍ਰਾਰਥਨਾ ਕਰਦੀਆਂ ਹਨ ਕਿ ਉਹਨਾਂ ਦੇ ਲੜਕੇ ਵੀ ਸ਼੍ਰੀ ਕ੍ਰਿਸ਼ਨ ਵਾਂਗ ਸੂਰਬੀਰ ਅਤੇ ਅਣਖੀਲੇ ਯੋਧੇ ਬਣਨ ਤੇ ਉਹਨਾਂ ਦੀਆਂ ਲੜਕੀਆਂ ਰਾਜਕੁਮਾਰੀ ਰੁਕਮਣੀ ਵਾਂਗ ਸੱਚੇ ਪਿਆਰ ਦੀਆਂ ਦੇਵੀਆਂ ਬਣਨ। ਸ਼੍ਰੀ ਕ੍ਰਿਸ਼ਨ ਦੁਆਰਾ ਰਚੀ ਗਈ ਭਗਵਤ ਗੀਤਾ ਦੇ 5 ਵਿਸ਼ੇ ਹਨ: ਈਸ਼ਵਰ, ਜੀਵ, ਪ੍ਰਕਿਰਤੀ, ਕਾਲ ਤੇ ਕਰਮ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਕੰਮ ਕਰਦੇ ਰਹੋ, ਫਲ ਦੀ ਇੱਛਾ ਨਾ ਰੱਖੋ। ਜੇ ਕਿਸੇ ਨੂੰ ਜਿੱਤਣਾ ਹੈ ਤਾਂ ਤੁਸੀਂ ਉਸ ਨੂੰ ਪਿਆਰ ਨਾਲ ਜਿੱਤ ਸਕਦੇ ਹੋ। ਹਰ ਕੰਮ ਪਿਆਰ, ਖਿਮਾ, ਨਿਮਰਤਾ ਤੇ ਸ਼ਰਧਾ ਨਾਲ ਕਰੋ। ਮਨ 'ਤੇ ਕਾਬੂ ਪਾਉਣਾ ਜ਼ਰੂਰੀ ਹੈ, ਕਿਉਂਕਿ ਇਹ ਸਾਡਾ ਮਨ ਸਭ ਤੋਂ ਵੱਡਾ ਦੁਸ਼ਮਣ ਹੈ। ਜ਼ਿੰਦਗੀ ਸੰਘਰਸ਼ ਦਾ ਨਾਂ ਹੈ। ਡਰ ਕੇ ਪਿੱਛੇ ਨਹੀਂ ਹਟਣਾ ਤੇ ਲਗਾਤਾਰ ਕਰਮ ਕਰਦੇ ਰਹਿਣਾ ਹੈ। ਕਿਸਮਤ, ਪਰਮਾਤਮਾ ਦੀ ਮਿਹਰ ਸਦਕਾ ਮਨੁੱਖ ਆਪਣੀ ਕਿਸਮਤ ਬਦਲ ਸਕਦਾ ਹੈ। ਕਰਮ ਦੇ ਪਿੱਛੇ ਮਨਸ਼ਾ ਜ਼ਿਆਦਾ ਮਹੱਤਵਪੂਰਨ ਹੈ, ਇਸ ਲਈ ਫਲ ਦੀ ਇੱਛਾ ਫਜ਼ੂਲ ਹੈ। ਅੱਗੇ ਫਰਮਾਉਂਦੇ ਹਨ, ਮੌਤ ਬੜਾ ਵੱਡਾ ਛਲਾਵਾ ਹੈ ਜੋ ਇਸ ਦੇ ਪ੍ਰਤੀ ਅਣਜਾਣ ਹਨ। ਕਲਯੁਗ ਪੱਧਰ ਪੁਰਸ਼ ਤੇ ਸੰਤ ਕੋਇਲ ਦੀ ਤਰ੍ਹਾਂ ਮਿੱਠਾ ਬੋਲਦੇ ਹਨ, ਪਰ ਉਹ ਆਪਣੇ ਅਨੁਆਈਆਂ ਦਾ ਸ਼ੋਸ਼ਣ ਕਰਦੇ ਹਨ। ਸ਼ੁਭ ਇਛਾਵਾਂ। ਧੰਨਵਾਦ। ਹਰਜੀਤ ਬਮਰਾ।